इस वीडियो 'ਚ ਅਸੀਂ डिसप्लेसमेंट रिएक्शन बारे पढ़ांगे। डिसप्लेसमेंट रिएक्शन किहड़ियां हुंदियां जिहड़ियां डिसप्लेस करदियां हन। डिसप्लेसमेंट मतलब एक जगह तो दूसरी जगह ते जाना, डिसप्लेस करना जगह नूं, ਉਹਨੂੰ ਆਪਾਂ ਕਹਾਂਗੇ डिसप्लेसमेंट रिएक्शन। ਇਹਦੇ ਵਿੱਚ ਕੀ ਹੈ, ਇੱਕ ਮੈਟਲ ਕੀ ਹੈ ਦੂਸਰੀ ਦੀ ਜਗ੍ਹਾ ਨੂੰ डिसप्लेस ਕਰ ਦਿੰਦੀ ਤੇ ਆਪ ਉੱਥੇ ਜਾ ਕੇ ਲੱਗ ਜਾਂਦੀ ਆ, ਜਿਸ ਕਰਕੇ ਇਹਦਾ ਨਾਮ ਹੈ डिसप्लेसमेंट रिएक्शन। ਹੁਣ ਇਹਨਾਂ ਨੇ ਕਿਹਾ ਕਿ ਐਕਟੀਵਿਟੀ ਰਿਕਾਲ ਕਰੋ ਕਾਪਰ ਸਲਫੇਟ ਤੇ ਆਇਰਨ ਦੀ, ਜਿਹੜੀ ਕਲਾਸ 7 'ਚ ਤੁਸੀਂ ਪੜ੍ਹ ਚੁੱਕੇ ਹੋ। ਕਾਪਰ ਸਲਫੇਟ ਦੀ ਆਇਰਨ ਦੇ ਨਾਲ ਰਿਐਕਸ਼ਨ। ਲੈਟ ਅਸ ਓਬਜ਼ਰਵ ਸਮ ਮੋਰ ਰਿਐਕਸ਼ਨ ਆਫ ਦੈਟ ਕਾइंड। ਹੁਣ ਜਦੋਂ ਇਹ ਰਿਐਕਸ਼ਨ ਦੇਖੀ ਸੀ ਕਾਪਰ ਸਲਫੇਟ ਦੀ ਆਇਰਨ ਦੇ ਨਾਲ, ਤੁਸੀਂ ਦੇਖਿਆ ਹੋਣਾ ਫਿਜ਼ੀਕਲ ਚੇਂਜ, ਕੈਮੀਕਲ ਚੇਂਜ ਦੇ ਵਿੱਚ ਜਦੋਂ ਕਾਪਰ ਸਲਫੇਟ ਦੇ ਸੋਲਿਊਸ਼ਨ ਦੇ ਵਿੱਚ ਆਇਰਨ ਦਾ ਬਲੇਡ ਪਾਇਆ ਸੀਗਾ, ਦੇਖਿਆ ਹੋਣਾ ਉਹਦਾ ਕਲਰ ਗ੍ਰੀਨ ਜਿਹਾ ਹੋ ਜਾਂਦਾ। ਇਹਦੇ ਵਿੱਚ ਕੀ ਸੀਗਾ, ਜਦੋਂ ਆਪਾਂ ਕਾਪਰ ਸਲਫੇਟ ਲਿਖਣਾ ਹੋਵੇ, ਕਾਪਰ ਦਾ ਸਿੰਬਲ ਲਿਖਾਂਗੇ C ਕੈਪੀਟਲ, U ਸਮੋਲ, ਫਿਰ ਸਲਫੇਟ ਲੱਗਿਆ ਹੋਇਆ ਤਾਂ ਉਹਦਾ ਕੀ ਹੈ SO4, ਕਾਪਰ ਸਲਫੇਟ ਪਲਸ ਆਇਰਨ। ਆਇਰਨ ਦਾ ਸਿੰਬਲ ਕੀ ਆ F ਕੈਪੀਟਲ E ਸਮੋਲ। फिर जो आप रिएक्शन लिखनी है इस तरह एरो पाना, ठीक है। ये पिछले वाले हो गए रिएक्टेंट, कॉपर सल्फेट ते आयरन की है रिएक्टेंट ने। प्रोडक्ट की बनाएंगे ये डिसप्लेसमेंट रिएक्शन दे विच बन जाएगा आयरन सल्फेट। तो लिख नहीं हो रहा मेरे आज एक फ़ोन है, आयरन सल्फेट बन गया, ठीक है। समझ लग गया होना, ਐਸ ਥੋੜਾ ਸਹੀ ਨਹੀਂ ਪਿਆ, ਚਲੋ ਕੋਈ ਨਾ। ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਹੋਰ ਰਿਐਕਸ਼ਨ ਇਸੇ ਤਰ੍ਹਾਂ ਓਬਜ਼ਰਵ ਕਰਦੇ ਹਾਂ। ਐਕਟੀਵਿਟੀ 4.8 ਦੇ ਵਿੱਚ 100 ml ਬੀਕਰ ਲੈਣਾ, ਲੇਬਲ ਕਰ ਲੈਣਾ, 5 ਲੈਣੇ ਬੀਕਰ ਇੱਦਾਂ ਦੇ 100 ml ਵਾਲੇ, ABCD ਲੇਬਲ ਕਰ ਦੇਣਾ। ਟੇਕ ਅਬਾਊਟ 50 ml ਆਫ ਵਾਟਰ ਇਨ ਈਚ ਬੀਕਰ। ਹਰ ਇੱਕ ਬੀਕਰ ਦੇ ਵਿੱਚ 50 ml ਮਤਲਬ ਹਾਫ ਫਿਲ ਕਰ ਲੈਣਾ ਉਹਨਾਂ ਨੂੰ ਪਾਣੀ ਦੇ ਨਾਲ। ਫਿਰ ਹਰੇਕ ਬੀਕਰ ਦੇ ਵਿੱਚ ਡਿਜ਼ੋਲਵ ਕਰਨਾ टीस्पून ऑफ ईच सबसटेंस एज इंडिकेटेड इन फिगर 4.6। 4.6 ਦੇ ਵਿੱਚ ਜਿਹੜੇ ਇਹਨਾਂ ਨੇ ਸਬਸਟੈਂਸ ਦਿੱਤੇ ਹੋਏ ਆ, ਇਹ ਸਾਰੇ 1 ਟੀਸਪੂਨ ਬੀਕਰ ਦੇ ਵਿੱਚ ਪਾਣਾ। ਮਤਲਬ ਇਹ 'ਚ 5 ਬੀਕਰ ਲੈਣੇ ਆ, 5 ਬੀਕਰ ਨੂੰ 100 ml ਵਾਲੇ ਬੀਕਰ ਲੈਣੇ ਆ, 5 ਨੂੰ ABCDE ਲੇਬਲ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਸਾਰਿਆਂ ਦੇ ਵਿੱਚ 50 ml ਕੀ ਆ ਪਾਣੀ ਪਾ ਦੇਣਾ। ਫਿਰ ਸਾਰਿਆਂ ਦੇ ਵਿੱਚ ਜਿਹੜੇ 4.6 ਦੇ ਵਿੱਚ ਕੈਮੀਕਲ ਦੱਸੇ ਹੋਏ ਆ, ਇਹ ਵਾਲੇ 1 ਟੀਸਪੂਨ ਪਾ ਦੇਣੇ। कीप दी बीकर अनडिस्टर्ब फॉर सम टाइम। अनडिस्टर्ब मतलब हिलाना नहीं है फिर कुछ टाइम के लिए। रिकॉर्ड योर ऑब्जरवेशन इन योर नोटबुक। फिर जी भी ऑब्जरवेशन होगी उन्होंने अपनी नोटबुक च नोट डाउन कर लेना। हम ये इन्होंने 5 बीकर ले आ, हर एक च पानी भर दिता, 5 दे विच सोल्यूशन पा दिता। ब्लू कलर का है, A है, B है, C है, D E। हम ये बीकर A दे विच इन्होंने की पाया कॉपर सल्फेट प्लस जिंक के ग्रैनुअल। कॉपर सल्फेट का कलर ब्लू या कलर का होंदा, ब्लू कलर आ जाता, इस करके उन्होंने ए बीकर दे विच ब्लू कलर शो किया। कॉपर सल्फेट पाया, B बीकर दे विच कॉपर सल्फेट प्लस आयरन नेल, C बीकर दे विच जिंक सल्फेट प्लस कॉपर टर्निंग्स, D दे विच आयरन सल्फेट प्लस कॉपर टर्निंग, E दे विच जिंक सल्फेट प्लस आयरन नेल। ਇਹ ਤੁਸੀਂ ਦੇਖ ਲੈਣੇ ਇਹਨਾਂ ਦੇ ਨਾਲ ਦੀ ਨਾਲ ਜਿਹੜਾ ਫਾਰਮੂਲਾ ਲਿਖਿਆ ਹੋਇਆ ਇਹ ਵੀ, ਤੇ ਇਹਨਾਂ ਦੇ ਨਾਮ ਵੀ ਕਿ ਇਹਦੇ ਨਾਮ ਨੂੰ ਕੀ ਡਿਪਿਕਟ ਕੀਤਾ ਗਿਆ ਹੈ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਰਿਐਕਸ਼ਨ ਕੀਤੀ, ਏ ਵਾਲੇ ਦੱਸੇ ਹੋਏ ਇਹਨਾਂ ਨੇ, ਬੀ ਦੇ ਵਿੱਚ ਆ ਚੇਂਜਿਸ ਦਿਖ ਰਹੀਆਂ, ਬਲੂ ਕਲਰ ਦੇ ਸੀਗੇ, ਬਲੂ ਕਲਰ ਚੇਂਜ ਹੋ ਗਿਆ, ਏ ਦੇ ਵਿੱਚ ਵੀ ਬੀ ਦੇ ਵਿੱਚ ਵੀ ਕਾਪਰ ਸਲਫੇਟ ਦੇ ਵਿੱਚ ਚੇਂਜ ਆ ਗਿਆ ਨਾ। ਏ ਵਾਲੇ ਦੇ ਵਿੱਚ ਪਾਇਆ ਸੀਗਾ ਜਿੰਕ ਗ੍ਰੈਨੂਅਲ, ਬੀ ਵਾਲੇ ਦੇ ਵਿੱਚ ਕਾਪਰ ਸਲਫੇਟ ਦੇ ਨਾਲ ਪਾਇਆ ਸੀ ਆਇਰਨ ਨੇਲ। ਆਇਰਨ ਨੇਲ ਦੇ ਨਾਲ ਉਹ ਗ੍ਰੀਨ ਕਲਰ ਆ ਗਿਆ, ਇਹਦੇ ਵਿੱਚ ਵੀ ਬਲੂ ਕਲਰ ਥੋੜਾ ਫੇਡ ਹੋ ਗਿਆ। ਸੀ ਵਾਲੇ ਦੇ ਵਿੱਚ ਜਿੰਕ ਸਲਫੇਟ ਸੀਗਾ ਤੇ ਕਾਪਰ ਪਾਇਆ ਸੀ, ਕੋਈ ਚੇਂਜ ਨਹੀਂ ਆਈ ਇਹਦੇ ਵਿੱਚ, ਉਸੇ ਤਰ੍ਹਾਂ ਦਾ ਹੀ ਹੈ। ਡੀ ਦੇ ਵਿੱਚ ਪਾਇਆ ਸੀਗਾ ਆਇਰਨ ਸਲਫੇਟ ਪਲਸ ਕਾਪਰ ਟਰਨਿੰਗ, ਕਾਪਰ ਪਾਇਆ ਸੀ ਬਾਅਦ ਵਿੱਚ ਆਇਰਨ ਸਲਫੇਟ ਦੇ ਵਿੱਚ, ਇਹਦੇ ਵਿੱਚ ਵੀ ਕੋਈ ਚੇਂਜ ਨਹੀਂ ਆਇਆ। ਈ ਦੇ ਵਿੱਚ ਜਿੰਕ ਸਲਫੇਟ ਪਾਇਆ, ਫਿਰ ਆਇਰਨ ਨੇਲ ਪਾਇਆ, ਜਿੰਕ ਸਲਫੇਟ ਦੇ ਨਾਲ ਆਇਰਨ ਨੇਲ ਪਾਤੀਆਂ, ਪਰ ਉਹਦੇ ਵਿੱਚ ਫਿਰ ਵੀ ਕੋਈ ਚੇਂਜ ਨਹੀਂ ਆਇਆ, ਠੀਕ ਹੈ। ਇਹਨਾਂ ਤਿੰਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਇਆ, ਪਹਿਲੀਆਂ ਦੋ ਦੇ ਵਿੱਚ ਚੇਂਜ ਆ ਗਿਆ। ਇਹ ਕਿਉਂ? ਹੁਣ ਇਹਦੇ ਵਿੱਚ ਇਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈ, ਵਟ ਚੇਂਜਿਸ ਡੂ ਯੂ ਓਬਜ਼ਰਵ ਇਨ ਦੀ ਵੇਰੀਅਸ ਬੀਕਰਸ। ਅਲੱਗ-ਅਲੱਗ ਬੀਕਰ ਦੇ ਵਿੱਚ ਕਿਹੜੀਆਂ ਚੇਂਜਿਸ ਤੁਸੀਂ ਓਬਜ਼ਰਵ ਕੀਤੀਆਂ। ਯੂ ਹੈਵ ਰੈਡ ਦੈਟ 1 ਮੈਟਲ ਡਿਸਪਲੇਸ ਅਨਦਰ ਮੈਟਲ। ਇੱਕ ਮੈਟਲ ਕੀ ਹੈ ਦੂਸਰੀ ਮੈਟਲ ਨੂੰ ਡਿਸਪਲੇਸ ਕਰ ਰਹੀ ਹੈ ਫਰੋਮ ਇਟਸ ਕੰਪਾਊਂਡ ਇਨ ਐਕਵਸ ਸੋਲਿਊਸ਼ਨ। ਐਕਵਸ ਸੋਲਿਊਸ਼ਨ ਉਹ ਹੁੰਦਾ ਜਿਹੜਾ ਲਿਕੁਇਡ ਫਾਰਮ ਦੇ ਵਿੱਚ ਹੁੰਦਾ, ਜਿਸ 'ਚ ਵਾਟਰ ਐਡ ਕੀਤਾ ਹੁੰਦਾ। ਇਨ ਬੀਕਰ A ਜਿੰਕ ਰਿਪਲੇਸ ਕਾਪਰ।
ਕਾਪਰ ਸਲਫੇਟ ਸੀਗਾ ਪਲੱਸ ਜ਼ਿੰਕ ਗ੍ਰੈਨੂਅਲ ਪਾਇਆ ਸੀ। ਕਾਪਰ ਸਲਫੇਟ ਦੇ ਵਿੱਚ ਉਹਦੀ ਜਿਹੜਾ ਕਾਪਰ ਆ ਉਹਨੂੰ ਰਿਪਲੇਸ ਕਰਕੇ ਜ਼ਿੰਕ ਲੱਗ ਜਾਂਦਾ, ਜ਼ਿੰਕ ਸਲਫੇਟ ਬਣ ਜਾਂਦਾ। ਕਲੀਅਰ? ਇਸ ਕਰਕੇ ਉਹਦਾ ਕਲਰ ਕੀ ਹੈ, ਚੇਂਜ ਹੋ ਜਾਂਦਾ। ਹੁਣ ਉਹ ਜਿਹੜਾ ਦੂਸਰਾ ਸੋਲਿਊਸ਼ਨ ਇਹ ਵਾਲਾ ਬਣਿਆ, ਇਹ ਵਾਲਾ ਸੋਲਿਊਸ਼ਨ ਬਣਿਆ, ਪਹਿਲਾਂ ਕਾਪਰ ਸਲਫੇਟ ਸੀਗਾ, ਫਿਰ ਉਹਦੇ ਵਿੱਚ ਜ਼ਿੰਕ ਪਾਇਆ। ਜਦੋਂ ਜ਼ਿੰਕ ਪਾਇਆ ਤਾਂ ਉਹਦਾ ਕਲਰ ਥੋੜੀ ਦੇਰ ਬਾਅਦ ਕੀ ਹੈ, ਇਸ ਤਰ੍ਹਾਂ ਹੋ ਗਿਆ, ਕਲਰ ਚੇਂਜ ਹੋ ਗਿਆ, ਥੋੜਾ ਬਲੈਕਿਸ਼ ਜਿਹਾ ਹੋ ਗਿਆ, ਬਰਾਊਨਿਸ਼ ਜਿਹਾ। ਤੇ ਇਹ ਕਿਉਂ ਹੋਇਆ? ਕਿਉਂਕਿ ਜ਼ਿੰਕ ਨੇ ਕਾਪਰ ਦੀ ਜਗ੍ਹਾ ਲੈ ਲਈ। ਪਹਿਲਾਂ ਕਾਪਰ ਸਲਫੇਟ ਸੀਗਾ, ਹੁਣ ਬਣ ਗਿਆ ਜ਼ਿੰਕ ਸਲਫੇਟ। ਦੂਸਰੇ ਵਾਲੇ ਦੇ ਵਿੱਚ ਇਸੇ ਤਰ੍ਹਾਂ ਸੀ, ਕਾਪਰ ਸਲਫੇਟ ਸੀ, ਕਾਪਰ ਸਲਫੇਟ ਦੇ ਵਿੱਚ ਆਇਰਨ ਦੀਆਂ ਨੇਲਸ ਪਾਈਆਂ। ਹੁਣ ਇਹਦੇ ਵਿੱਚ ਆਇਰਨ ਨੇ ਕਾਪਰ ਦੀ ਜਗ੍ਹਾ ਲੈ ਲਈ, ਮਤਲਬ ਡਿਸਪਲੇਸ ਕਰ ਦਿੱਤਾ ਕਾਪਰ ਨੂੰ, ਆਪ ਆਇਰਨ ਉੱਥੇ ਜਾ ਕੇ ਲੱਗ ਗਿਆ। ਤੇ ਇਹ ਕੀ ਬਣ ਗਿਆ? ਆਇਰਨ ਜਾਂ ਫੈਰਸ ਸਲਫੇਟ, ਫੈਰਸ ਸਲਫੇਟ ਬਣ ਗਿਆ। ਤੇ ਕਾਪਰ ਅਲੱਗ ਤੋਂ ਹੀ ਫ੍ਰੀ ਫਾਰਮ ਦੇ ਵਿੱਚ ਹੋ ਜਾਂਦਾ। That is why the blue color of copper sulfate disappear and a powdery red mass of copper is deposited at the bottom of the beaker। ठीक है, कॉपर सल्फेट ਦੇ ਵਿੱਚ ਜਦੋਂ ਜ਼ਿੰਕ ਪਾਇਆ, ਜ਼ਿੰਕ ਨੇ ਕਾਪਰ ਦੀ ਜਗ੍ਹਾ ਲੈ ਲਈ ਤੇ ਬਣ ਕੀ ਗਿਆ ਸੋਲਿਊਸ਼ਨ ਦੇ ਵਿੱਚ ਜ਼ਿੰਕ ਸਲਫੇਟ। ਜ਼ਿੰਕ ਸਲਫੇਟ ਬਣ ਗਿਆ, ਜਿਹੜਾ ਬਲੂ ਕਲਰ ਸੀ ਉਹ ਫੇਡ ਹੋ ਗਿਆ, ਡਿਸਅਪੀਅਰ ਹੋ ਗਿਆ ਤੇ ਰੈੱਡ ਮਾਸ ਜਾਂ ਰੈੱਡ ਕਲਰ ਦਾ ਜਿਹੜਾ ਕਾਪਰ ਦਾ ਕਲਰ ਸੀਗਾ ਉਹ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ ਬੋਟਮ ਤੇ ਬੀਕਰ ਦੇ ਵਿੱਚ। ਦ ਰਿਐਕਸ਼ਨ ਕੈਨ ਬੀ ਰਿਪਰੈਜ਼ੈਂਟਡ ਐਜ਼ ਫੋਲੋ। ਕਾਪਰ ਸਲਫੇਟ ਲਿਖਿਆ ਹੋਇਆ, ਕਾਪਰ ਸਲਫੇਟ ਪਲੱਸ ਜ਼ਿੰਕ, ਜ਼ਿੰਕ ਦਾ ਸਿੰਬਲ ਦੇਖ ਲਓ, Z ਕੈਪੀਟਲ N ਸਮੋਲ। ਬਲੂ ਕਲਰ ਦਾ ਸੀ ਕਾਪਰ ਸਲਫੇਟ, ਜਦੋਂ ਰਿਐਕਸ਼ਨ ਹੋਈ ਜ਼ਿੰਕ ਸਲਫੇਟ ਬਣ ਗਿਆ ਪਲੱਸ ਕਾਪਰ ਫ੍ਰੀ ਫਾਰਮ ਦੇ ਵਿੱਚ, ਰੈੱਡ ਫਾਰਮ ਦੇ ਵਿੱਚ ਜਿਹੜਾ ਕਾਪਰ ਆ ਉਹ ਨੀਚੇ ਬੈਠਣਾ ਸ਼ੁਰੂ ਹੋ ਗਿਆ। ਇਹ ਵਾਲਾ ਕੀ ਹੈ, ਕਲਰਲੈਸ ਪੋਰਸ਼ਨ। ਹੁਣ ਯੂ ਕੈਨ ਰਾਈਟ ਡਾਊਨ ਦੀ ਰਿਐਕਸ਼ਨ ਟੇਕਿੰਗ ਪਲੇਸ ਇਨ ਬੀਕਰ B ਇਨ ਅ ਸਿਮਿਲਰ ਮੈਨਰ। B ਦੇ ਵਿੱਚ ਵੀ ਸਿਮਿਲਰ ਇਸੇ ਤਰ੍ਹਾਂ ਹੋਈ ਹੈ, ਉਹਦੇ ਵਿੱਚ ਕਾਪਰ ਸਲਫੇਟ ਸੀ, ਜ਼ਿੰਕ ਦੀ ਜਗ੍ਹਾ ਤੇ ਆਇਰਨ ਲਿਖਤਾ। ਤੇ ਇੱਥੇ ਜਿੱਥੇ ਜ਼ਿੰਕ ਸਲਫੇਟ ਬਣਿਆ ਉੱਥੇ ਆਇਰਨ ਸਲਫੇਟ ਜਾਂ ਫੈਰਸ ਸਲਫੇਟ ਬਣਿਆ, ਕਿਉਂਕਿ ਕਾਪਰ ਉਸੇ ਤਰ੍ਹਾਂ ਰਹੇਗਾ। ਕਲਰ ਗ੍ਰੀਨ ਹੋ ਗਿਆ। I have understood the reaction taking place in beaker A and B, but I am still confused why there is no change in beaker C, D, E। ਉਹ ਕਹਿੰਦੇ ਵੀ A ਤਾਂ B ਦੇ ਵਿੱਚ ਤਾਂ ਮੈਨੂੰ ਸਮਝ ਲੱਗ ਗਿਆ, ਪਹਿਲੀ ਕਹਿ ਰਹੀ ਹੈ ਕਿ A ਤੇ B ਦੇ ਵਿੱਚ ਰਿਐਕਸ਼ਨ ਚੇਂਜ ਹੋਈ, ਸਮਝ ਲੱਗ ਗਈ, ਪਰ ਉਹ ਕਨਫਿਊਜ਼ ਹੋ ਗਈ ਵੀ C, D, E ਦੇ ਵਿੱਚ ਰਿਐਕਸ਼ਨ ਚੇਂਜ ਕਿਉਂ ਨਹੀਂ ਹੋਈ, ਕੋਈ ਰਿਐਕਸ਼ਨ ਕਿਉਂ ਨਹੀਂ ਹੋਈ, ਉਸੇ ਤਰ੍ਹਾਂ ਕਲਰ ਕਿਉਂ ਰਿਹਾ। ਹੁਣ there could have been displacement of zinc by copper in beaker C and by iron in beaker E। ਉੱਥੇ ਵੀ ਹੋ ਸਕਦੀ ਸੀ, ਇਹਨਾਂ ਨੇ ਕਿਹਾ ਵੀ C ਦੇ ਵਿੱਚ ਵੀ, D ਦੇ ਵਿੱਚ, E ਦੇ ਵਿੱਚ ਵੀ। Similarly, iron could be displaced by copper in beaker D. Since we do not see any change in the beaker C, we can infer that copper is not able to replace zinc from zinc sulfate। ਇਹਨਾਂ ਨੇ ਕਿਹਾ ਕਿ ਇਹਦੇ ਵਿੱਚ C ਬੀਕਰ ਦੇ ਵਿੱਚ ਕੀ ਸੀਗਾ, C ਬੀਕਰ ਦੇ ਵਿੱਚ ਕੀ ਹੈ, ਜ਼ਿੰਕ ਸਲਫੇਟ ਤੇ ਕਾਪਰ ਪਾਇਆ। ਹੁਣ ਕਾਪਰ ਕੀ ਹੈ, ਜ਼ਿੰਕ ਦੀ ਜਗ੍ਹਾ ਨਹੀਂ ਲੈ ਸਕਦਾ ਸੀ। ਕਾਪਰ ਇੰਨਾ ਕੈਪੇਬਲ ਨਹੀਂ ਹੈਗਾ ਕਿ ਉਹ ਜ਼ਿੰਕ ਦੀ ਜਗ੍ਹਾ ਲੈ ਸਕੇ। ਕੋਈ ਹੁੰਦੇ ਨਾ ਥੋੜ੍ਹੇ ਹਾਈ ਹੁੰਦੇ ਆ, ਜਿਹਦਾ ਕਹਿ ਲਓ ਕਿ ਰਿਐਕਟੀਵਿਟੀ ਜ਼ਿਆਦਾ ਹੁੰਦੀ ਹੈ, ਉਹ ਵਾਲੇ ਤਾਂ ਡਿਸਪਲੇਸ ਕਰ ਦਿੰਦੇ, ਜਿਹਨਾਂ ਨਹੀਂ ਹੁੰਦੀ ਉਹ ਨਹੀਂ ਕਰ ਪਾਉਂਦੇ। ਹੁਣ ਕਾਪਰ ਦੀ ਰਿਐਕਟੀਵਿਟੀ ਕੀ ਹੈ, ਘੱਟ ਹੈ, ਅਤੇ ਇਸ ਕਰਕੇ ਉਹ ਜਗ੍ਹਾ ਨਹੀਂ ਲੈ ਸਕਦਾ ਜ਼ਿੰਕ ਦੀ। ਪਰ ਜ਼ਿੰਕ ਜੇ ਹੋਵੇ ਤਾਂ ਉਹ ਕਾਪਰ ਦੀ ਜਗ੍ਹਾ ਜ਼ਰੂਰ ਲੈ ਲੈਂਦਾ। ਇਸੇ ਤਰ੍ਹਾਂ ਆਇਰਨ ਸਲਫੇਟ, ਜੇ ਆਇਰਨ ਸਲਫੇਟ ਹੈ ਤਾਂ ਕਾਪਰ ਕੀ ਹੈ, ਗੱਲ ਉਹ ਛੋਟਾ ਉਹਦੇ ਤੋਂ ਸਾਈਜ਼, ਅਤੇ ਕਾਪਰ ਫਿਰ ਉਹਦੀ ਆਇਰਨ ਦੀ ਜਗ੍ਹਾ ਨਹੀਂ ਲਊਗਾ। ਇਸੇ ਤਰ੍ਹਾਂ ਆਇਰਨ ਜ਼ਿੰਕ ਦੀ ਨਹੀਂ ਲਊਗਾ। ਉਹੀ ਗੱਲ ਇਹਨਾਂ ਨੇ ਅੱਗੇ ਐਕਸਪਲੇਨ ਕੀਤੀ ਹੋਈ ਹੈ। ਵੀ ਕੈਨ ਇਨਫਰ ਦੈਟ ਕਾਪਰ ਇਜ਼ ਨੋਟ ਏਬਲ ਟੂ ਰਿਪਲੇਸ ਜ਼ਿੰਕ ਫਰਮ ਜ਼ਿੰਕ ਸਲਫੇਟ, ਬਟ ਬਾਏ ਕਿਉਂ ਵੈਨ ਜ਼ਿੰਕ ਕੈਨ ਰਿਪਲੇਸ ਕਾਪਰ। ਕਹਿੰਦੇ ਕਿ ਜ਼ਿੰਕ ਕਾਪਰ ਨੂੰ ਰਿਪਲੇਸ ਕਰ ਸਕਦਾ ਏ ਦੇ ਬੀਕਰ ਏ ਦੇ ਵਿੱਚ। ਵਾਈ ਕੈਨ ਨੋਟ ਕਾਪਰ ਰਿਪਲੇਸ ਜ਼ਿੰਕ ਇਨ ਬੀਕਰ ਸੀ ਦੇ ਵਿੱਚ ਕਿਉਂ ਨਹੀਂ ਕਰ ਸਕਦੇ, ਕਿਉਂਕਿ ਸੀ ਦੇ ਵਿੱਚ ਐਗਜ਼ੈਕਟ ਆਪੋਜ਼ਿਟ ਆ ਪਹਿਲੀ ਰਿਐਕਸ਼ਨ ਦੇ। ਜ਼ਿੰਕ ਸਲਫੇਟ ਤੋਂ ਕਾਪਰ ਪਾਇਆ, ਪਹਿਲੇ 'ਚ ਕਾਪਰ ਸਲਫੇਟ ਜ਼ਿੰਕ ਸੀਗਾ, ਜ਼ਿੰਕ ਤਾਂ ਕਾਪਰ ਨੂੰ ਰਿਪਲੇਸ ਕਰ ਦਿੰਦਾ, ਪਰ ਕਾਪਰ ਜ਼ਿੰਕ ਨੂੰ ਰਿਪਲੇਸ ਨਹੀਂ ਕਰ ਸਕਦਾ। ਉਹੀ ਕੁਐਸਚਨ ਪੁੱਛਿਆ ਵੀ ਕਿਉਂ। ਰਿਮੈਂਬਰ ਦੈਟ ਸਾਇੰਸ ਇਜ਼ ਨੋਟ ਆਰਬਿਟਰੀ ਮਤਲਬ ਜਿਹਦਾ ਕੋਈ ਐਕਸਪਲੇਨੇਸ਼ਨ ਨਾ ਹੋਵੇ, ਵੀ ਇਹ ਸਾਇੰਸ ਦੀ ਹਮੇਸ਼ਾ ਹਰ ਚੀਜ਼ ਦੀ ਐਕਸਪਲੇਨੇਸ਼ਨ ਹੁੰਦੀ ਆ। ਇਟ ਫੋਲੋਜ਼ ਡੈਫੀਨੇਟ ਰੂਲ ਬੇਸਡ ਔਨ ਫੈਕਟਸ। ਹਰ ਇੱਕ ਦੇ ਡੈਫੀਨੇਟ ਰੂਲਸ ਹੁੰਦੇ, ਫੈਕਟਸ ਹੁੰਦੇ ਹਨ। ਇਹਦੇ ਵਿੱਚ ਕਿਹੜਾ ਰੂਲ ਫੋਲੋ ਹੁੰਦਾ ਹੈ ਕਿ ਐਂਡ ਦੀ ਰੂਲ ਹੇਅਰ ਇਜ਼ ਜ਼ਿੰਕ ਇਜ਼ ਮੋਰ ਰਿਐਕਟਿਵ। ਇਹਦੇ ਵਿੱਚ ਕੀ ਹੈ, ਜ਼ਿੰਕ ਜ਼ਿਆਦਾ ਰਿਐਕਟਿਵ ਆ ਕਾਪਰ ਨਾਲੋਂ ਤੇ ਆਇਰਨ ਨਾਲੋਂ। ਇਹ ਲਾਈਨ ਨੂੰ ਅੰਡਰਲਾਈਨ ਕਰ ਲਓ ਆਪਣੀ ਬੁੱਕ ਦੇ ਵਿੱਚ, ਜ਼ਿੰਕ ਇਜ਼ ਮੋਰ ਰਿਐਕਟਿਵ ਦੈਨ ਕਾਪਰ ਐਂਡ ਆਇਰਨ। ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਰਿਐਕਟੀਵਿਟੀ ਸੀਰੀਜ਼ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਚੈਪਟਰ ਖਤਮ ਹੋ ਜਾਏਗਾ ਵੀ ਕਿਹੜੀ ਕਿਸ ਤਰ੍ਹਾਂ ਰਿਐਕਟੀਵਿਟੀ ਆ। ਹੁਣ ਜ਼ਿੰਕ ਦੀ ਰਿਐਕਟੀਵਿਟੀ ਜ਼ਿਆਦਾ ਆ ਕਾਪਰ ਤੇ ਆਇਰਨ ਦੇ ਨਾਲੋਂ। ਅ ਮੋਰ ਰਿਐਕਟਿਵ ਮੈਟਲ, ਜਿਹੜੀ ਮੈਟਲ ਜ਼ਿਆਦਾ ਰਿਐਕਟਿਵ ਹੋਊਗੀ, ਕੈਨ ਰਿਪਲੇਸ ਅ ਲੈਸ ਰਿਐਕਟਿਵ ਮੈਟਲ। ਜਿਹੜੀ ਮੈਟਲ ਘੱਟ ਰਿਐਕਟਿਵ ਆ ਉਹਦੀ ਜਗ੍ਹਾ ਲੈ ਸਕਦੀ ਹੈ ਜ਼ਿਆਦਾ ਰਿਐਕਟਿਵ ਵਾਲੀ।
इस तरह आप कह सकते हैं मोर पावरफुल जो वीक परसन ਨੂੰ रिप्लेस कर सकता, वही चीज़ इतने फॉलो हो रही है। बट अ लैस रिएक्टिव वन कैन नॉट रिप्लेस अ मोर रिएक्टिव मैटल। क्लीयर, जो लैस रिएक्टिव है वो जो ज़्यादा रिएक्टिव वो रिप्लेस नहीं लै सकता, इस करके कॉपर की है जिंक की जगह नहीं लै रहा सी दे विच। नाउ यू कैन अंडरस्टैंड वाई देयर आर नो रिप्लेसमेंट रिएक्शन इन बीकर डी एंड ई ऑल्सो। कैन यू गैस द सीक्वेंस ऑफ मैटल फ्रॉम मोर रिएक्टिव टू लैस रिएक्टिव अमंग जिंक आयरन एंड कॉपर। ये इन्होंने कहा भी सीरीज़ के किस तरह दसोगे भी कौन ज़्यादा रिएक्टिव है, जिंक आयरन कॉपर। पहला जिंक का ज़्यादा रिएक्टिव, फिर आयरन रिएक्टिव है, फिर उस तो घट गया कॉपर है। ये ध्यान रखना तुसीं। जे इस तरह रिएक्शन आ जूगी पेपर दे विच, मान लो कॉपर सल्फेट प्लस जिंक लिखा, फिर तो तुसीं डिस्प्लेसमेंट शो कर दोगे भी जिंक सल्फेट आ गया। जे जिंक सल्फेट प्लस कॉपर इस तरह लिखा हो फिर एरो पाया हो फिर नहीं आप लिख सकते, फिर आप कहांगे नो रिएक्शन। इस तरह इधर ई दे विच दिता हो जिंक सल्फेट दिता होया प्लस आयरन दिता होया, फिर भी की होगी नो रिएक्शन, एरो पा के नो रिएक्शन हो जाएगा। ये ध्यान रखना भी कि मैटल ज़्यादा रिएक्टिव है, कि घट मैटल रिएक्टिव है। घट मैटल वाली जी घट रिएक्टिव मैटल की है, हाई मैटल रिएक्टिव नू डिस्प्लेस नहीं कर पाऊगी। क्लीयर, जिंक ज़्यादा रिएक्टिव है, उस तो घट आयरन है, उस तो घट कॉपर है। Uses of metal and non-metal. You should be able to guess why metal are used in making machinery, automobile, aeroplane, train, satellite, industrial gadget, cooking utensil, water boiler। मतलब मोस्टली मैटल ਨੂੰ यूज़ किया जाता इन्हां सारियां चीज़ां ਨੂੰ बनाने के लिए। You are also familiar with the use of some non-metal। non-metal का भी यूज़ होंदा। Here are some interesting one। We are sure that you will guess them right। non-metal is essential for our life। नॉन मैटल असेंशियल अपनी लाइफ में ऑक्सीजन, ऑक्सीजन की है नॉन मैटल है, अपने लिए ब्रीदिंग के लिए इनहेल करने के लिए असेंशियल है वो, विच ऑल लिविंग बीइंग इनहेल ड्यूरिंग ब्रीदिंग। नॉन मैटल यूज इन फर्टिलाइज़र, जिदा नाइट्रोजन हो गया, फॉस्फोरस हो गया, पोटाशियम हो गया, ये सारे की ने नॉन मैटल दे विच आ जाते हैं। ये फर्टिलाइज़र की फॉर्म के चाहिए ने प्लांट्स की ग्रोथ के लिए। नॉन मैटल यूज इन वाटर प्यूरीफिकेशन प्रोसैस, क्लोरीन यूज़ करते हैं वाटर को प्यूरीफाई करने के लिए। नॉन मैटल यूज इन दी पर्पल कलर्ड सल्यूशन विच इज़ अप्लाइड ऑन वूंड एज एन एंटीसैप्टिक। एंटीसैप्टिक की तरह यूज़ किया जाता, जिदा डेटोल हो गया वो भी एक एंटीसैप्टिक है, वो जो सल्यूशन होंदा वो भी नॉन मैटल का ही होंदा। नॉन मैटल यूज इन क्रैकर्स, क्रैकर्स होंदे ने जो आतिशबाजियाँ पटाखे वगैरह होंदे हैं उन्होंने यूज़ किए जाते हैं। यू मे एड सम मोर यूजेस ऑफ मैटल एंड नॉन मैटल फ्रॉम योर एक्सपीरियंसिस। मैटल के तो पता ही है यूज़, तो नॉन मैटल के भी तुम अपने वालों जो तुहानूं पता है भी नॉन मैटल किहड़े होंदे, थोड़ा जिहा आइडिया हो गया होना भी मैटल किहड़े ने नॉन मैटल किहड़े ने, अपने आप यूज़ तो नॉन यूज़ तुसीं कर लेना। ये चैप्टर मैनूं लगदा हो गया, तुसीं देख लेना ये जे कोई पार्ट मिस हो गया होया। इन्होंने क्वेश्चन पूछा पहेली ने, आई हर्ड दैट मैग्नीशियम इज़ फाउंड इन प्लांट्स, इन वट फॉर्म इज़ इट फाउंड इन दैम। पहेली ने क्वेश्चन पूछा कि मैग्नीशियम प्लांट्स दे विच हुंदा पाया जाता, किहड़ी फॉर्म दे विच हुंदा वो। दूसरा बूजो ने पूछा, द डॉक्टर रिपोर्टेड आयरन डेफिशिएंसी इन माई बॉडी। आयरन की डेफिशिएंसी हुंदी है मेरी बॉडी दे विच। वेयर इज़ आयरन इन माई बॉडी, मेरी बॉडी दे विच आयरन कित्थे हुंदा। ठीक है, इन्होंने दोनों क्वेश्चनस के आंसर ये तुहाडा होमवर्क समझ लो, ये दोनों के आंसर तुसीं फाइंड आउट करने। क्लीयर, हुण इहदे विच रिएक्टिविटी सीरीज़ आ, इन्हूं तुसीं नोट डाउन कर लेना। रिएक्टिविटी सीरीज़ पोटाशियम तो लैके गोल्ड तक मैं सिंबल भी लिखे हुए ने उन्होंने नाल, ते रिएक्टिविटी भी लिखी है। उपरों दी लैके नीचे तक, ऊपर वाले तो लैके मोस्ट रिएक्टिव आ, विच जे आके थोड़ी रिएक्टिविटी डिक्रीज़ होनी शुरू हो जाती है, नीचे सब तो लीस्ट रिएक्टिव दिते हुए ने। पोटाशियम हो गया मोस्ट रिएक्टिव, सोडियम, कैल्शियम, मैग्नीशियम, एलुमीनियम मोस्ट रिएक्टिव च, फिर जिंक हो गया, आयरन हो गया, लैड, हाइड्रोजन, कॉपर, मरकरी। इस तरह इन्हां दी रिएक्टिविटी डिक्रीज़ हो ही जाऊगी। ये नोट डाउन कर लो तुसीं अपनी बुक दे विच ते इन्हां दे सिंबल भी। हुण चैप्टर पूरा रीड कर लेना, जो ऑनलाइन वीडियो होगी आप क्वेश्चन आंसर डिस्कस करांगे इन्हां दी।